ਪਿਆਰੇ ਵਿਦਿਆਰਥੀਓ, ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਰਸ, ਉਸ ਦੀਆਂ ਕਿਸਮਾਂ, ਪਰਿਭਾਸ਼ਾ, ਵੱਖ-ਵੱਖ ਇਸ ਦੇ ਤੱਤਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਰਸ ਹੁੰਦਾ ਕੀ ਹੈ, ਰਸ ਨੂੰ ਰਚਨਾ 'ਚੋਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਜਾਂ ਕਿਹੜੀ ਰਚਨਾ ਕਿਹੜੇ ਤਰੀਕੇ ਦੇ ਨਾਲ ਸਾਹਿਤਕ ਰਸ ਨਾਲ ਜੁੜੀ ਹੈ, ਉਸ ਨੂੰ ਤੁਸੀਂ ਇਸ ਲੈਕਚਰ ਤੋਂ ਬਾਅਦ ਸਮਝ ਜਾਓਗੇ। ਹਰ ਸਾਹਿਤਕ ਕਿਰਤ ਦੇ ਵਿੱਚ ਕੋਈ ਨਾ ਕੋਈ ਰਸ ਹੁੰਦਾ ਹੈ। ਸੋ ਆਓ ਆਪਾਂ ਸਮਝਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਰਸ ਦੇ ਸ਼ਾਬਦਿਕ ਅਰਥਾਂ ਦੀ ਅਸੀਂ ਚਰਚਾ ਕਰਾਂਗੇ। ਸ਼ਾਬਦਿਕ ਅਰਥਾਂ ਦੇ ਰੂਪ ਦੇ ਵਿੱਚ ਰਸ ਆਪਣੇ ਆਪ 'ਚ ਆਨੰਦ ਦੇ ਨਾਲ, ਸਵਾਦ ਦੇ ਨਾਲ ਜੁੜਿਆ ਹੈ। ਸੋ ਇਹਨਾਂ ਨੂੰ ਸਮਝਣ ਦੇ ਲਈ ਅਸੀਂ ਅੱਜ ਤੁਹਾਡੇ ਰੂਬਰੂ ਹੋਏ ਹਾਂ। ਰਸ ਦੇ ਵਿੱਚ ਜੋ ਆਨੰਦ ਪ੍ਰਾਪਤ ਹੁੰਦਾ ਹੈ, ਜੋ ਸਵਾਦ ਮਿਲਦਾ ਹੈ, ਉਸ ਨੂੰ ਅਸੀਂ ਰਸ ਕਹਿੰਦੇ ਹਾਂ। ਇਸੇ ਕਰਕੇ ਸਾਹਿਤਕ ਕਿਰਤ ਪੜ੍ਹੀ ਜਾਂਦੀ ਹੈ, ਕਿਉਂਕਿ ਉਸ ਦੇ ਨਾਲ ਇੱਕ ਵੱਖਰੀ ਕਿਸਮ ਦਾ ਮਾਨਸਿਕ ਆਨੰਦ ਜਾਂ ਮਾਨਸਿਕ ਸਕੂਨ ਮਿਲਦਾ ਹੈ। ਰਸ ਸਾਹਿਤ ਦਾ ਅਜਿਹਾ ਤੱਤ ਹੁੰਦਾ ਜਿਹੜਾ ਰਚਨਾ ਨੂੰ ਰੌਚਕ ਵੀ ਬਣਾਉਂਦਾ, ਰਚਨਾ ਨੂੰ ਸੁਆਦਲੀ ਵੀ ਬਣਾਉਂਦਾ, ਰਚਨਾ ਨੂੰ ਪ੍ਰਭਾਵਸ਼ਾਲੀ ਵੀ ਬਣਾਉਂਦਾ, ਅਤੇ ਰਚਨਾ ਪਾਠਕ ਨਾਲ ਜੁੜ ਕੇ, ਪਾਠਕ ਰਚਨਾ ਨਾਲ ਜੁੜ ਕੇ ਆਨੰਦਦਾਇਕ ਅਵਸਥਾ ਦੇ ਵਿੱਚੋਂ ਜੀਵਨ ਦੀ ਕੋਈ ਸੇਧ ਲੈਂਦਾ ਹੈ। ਜਿਵੇਂ ਖੰਡ ਮਿੱਠੀ ਹੁੰਦੀ, ਨਿੰਬੂ ਦਾ ਸਵਾਦ ਖੱਟਾ ਹੁੰਦਾ, ਮਿਰਚ ਕੌੜੀ ਹੁੰਦੀ, ਇਸੇ ਤਰ੍ਹਾਂ ਹਰ ਸਾਹਿਤਕ ਕਿਰਤ ਕੋਈ ਪ੍ਰੇਮ ਦੇ ਨਾਲ ਸੰਬੰਧਿਤ ਹੈ, ਕੋਈ ਕ੍ਰੋਧ ਨਾਲ ਸੰਬੰਧਿਤ ਹੈ, ਕੋਈ ਘਿਰਣਾ ਨਾਲ ਸੰਬੰਧਿਤ ਹੈ, ਔਰ ਕੋਈ ਵੈਰਾਗ ਨਾਲ ਸੰਬੰਧਿਤ ਹੈ, ਕੋਈ ਵਿਸਮਾਦ ਨਾਲ ਸੰਬੰਧਿਤ ਹੈ। ਇਹ ਵੱਖਰੇ ਵੱਖਰੇ ਸਥਾਈ ਭਾਵ ਨੇ ਜਿਨ੍ਹਾਂ ਦੇ ਨਾਲ ਉਹ ਰਚਨਾ ਜੁੜਦੀ, ਉਹਨਾਂ ਨੂੰ ਜਗਾਉਂਦੀ, ਉਹਨਾਂ ਨੂੰ ਟੁੰਬਦੀ ਹੈ ਅਤੇ ਕੋਈ ਨਾ ਕੋਈ ਸਾਹਿਤਕ ਰਸ ਉਤਪੰਨ ਕਰਦੀ ਹੈ। ਸੋ ਇਸ ਕਰਕੇ ਹਰ ਸਾਹਿਤਕ ਕਿਰਤ ਵਿੱਚ ਕੋਈ ਨਾ ਕੋਈ ਰਸ। ਰਸ ਦੀ ਪਰਿਭਾਸ਼ਾ, ਭਾਵ ਇਹ ਕਿ ਰਸ ਕਿਹਨੂੰ ਕਹਿੰਦੇ ਹਨ, ਰਸ ਹੁੰਦਾ ਕੀ ਹੈ, ਉਹਨੂੰ ਇੱਕ ਦੋ ਵਾਕਾਂ ਦੇ ਵਿੱਚ ਅਸੀਂ ਪਰਿਭਾਸ਼ਿਤ ਕਰ ਸਕਦੇ ਹਾਂ, ਦੱਸ ਸਕਦੇ ਹਾਂ ਕਿ ਕਿਸੇ ਰਚਨਾ ਨੂੰ ਪੜ੍ਹ, ਸੁਣ ਜਾਂ ਦੇਖ ਕੇ ਪਾਠਕ, ਸਰੋਤੇ ਜਾਂ ਦਰਸ਼ਕ ਦੇ ਮਨ ਵਿੱਚ ਪ੍ਰਾਪਤ ਹੋਣ ਵਾਲੇ ਸਵਾਦ ਜਾਂ ਆਨੰਦ ਨੂੰ ਹੀ ਰਸ ਕਿਹਾ ਜਾਂਦਾ ਹੈ। ਜਾਂ ਇੰਝ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਸਾਹਿਤਕ ਕਿਰਤ ਜਿਹੜੀ ਪਾਠਕ, ਸਰੋਤੇ ਜਾਂ ਦਰਸ਼ਕ ਨੂੰ ਕੋਈ ਮਾਨਸਿਕ ਸਵਾਦ ਜਾਂ ਮਾਨਸਿਕ ਆਨੰਦ ਦਿੰਦੀ ਹੈ, ਉਹੀ ਅਸਲ ਵਿੱਚ ਸਾਹਿਤ ਵਿਚਲਾ ਰਸ ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਰਚਨਾ ਦੇ ਵਿੱਚ ਰਸ ਲਾਜ਼ਮੀ ਤੌਰ 'ਤੇ ਹੁੰਦਾ ਹੈ ਜਾਂ ਲਾਜ਼ਮੀ ਤੌਰ 'ਤੇ ਹੋਣਾ ਚਾਹੀਦਾ ਹੈ, ਕਿਉਂਕਿ ਇਹ ਰਚਨਾ ਨੂੰ ਰਸੀਲਾ ਬਣਾਉਂਦਾ, ਸਵਾਦਲਾ ਬਣਾਉਂਦਾ। ਆਓ ਰਸ ਨੂੰ ਸਮਝਣ ਲਈ ਦਾਦੀ ਮਾਂ ਦੀ ਇੱਕ ਐਨੀਮੇਸ਼ਨ ਦੇਖੀਏ। ਦਾਦੀ ਮਾਂ, ਮੇਰੀ ਦਾਦੀ ਮਾਂ, ਤੈਨੂੰ ਡਾਢਾ ਪਿਆਰ ਕਰਾਂ। ਅੰਬਰ ਵਿੱਚ ਨੇ ਜਿੰਨੇ ਤਾਰੇ, ਉਹਨੇ ਤੇਰੇ ਬੋਲ ਪਿਆਰੇ। ਹੀਰੇ ਜੇ ਤੇਰੇ ਚਿੱਟੇ ਵਾਲ। ਇਸ ਗੀਤ ਦੇ ਬੋਲ ਤੇ ਇਸ ਦਾ ਫਿਲਮਾਂਕਣ ਜਦੋਂ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਏਗਾ, ਦੇਖਿਆ ਹੋਏਗਾ, ਤਾਂ ਤੁਹਾਡੇ ਅੰਦਰ ਦਾਦੀ ਮੋਹ ਜਾਗਦਾ ਹੈ। ਇਹ ਮੋਹ ਪ੍ਰੇਮ ਦੇ ਸਥਾਈ ਭਾਵ ਨੂੰ ਜਗਾਉਂਦਾ ਹੈ ਅਤੇ ਇੱਕ ਪ੍ਰੇਮ ਦੇ ਨਾਲ ਜੁੜਿਆ ਹੋਇਆ ਜਿਹੜਾ ਸ਼ਿੰਗਾਰ ਰਸ ਹੈ, ਉਹ ਮਹਿਸੂਸ ਹੁੰਦਾ ਹੈ। ਹੁਣ ਅਸੀਂ ਰਸ ਦੀ ਪ੍ਰਾਪਤੀ ਦੀ ਗੱਲ ਕਰਾਂਗੇ ਕਿ ਕਿਸੇ ਰਚਨਾ ਵਿੱਚੋਂ ਰਸ ਪ੍ਰਾਪਤ ਕਿਵੇਂ ਹੁੰਦਾ ਹੈ। ਉਹਦੇ ਲਈ ਪਹਿਲੀ ਸ਼ਰਤ ਕੀ ਹੈ? ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਕਿਸੇ ਰਚਨਾ ਦੇ ਰਸ ਨੂੰ ਅਸੀਂ ਮਹਿਸੂਸ ਕਰਨਾ ਚਾਹੁੰਦੇ ਹਾਂ ਤਾਂ ਉਸ ਰਚਨਾ ਦੇ ਨਾਲ ਇੱਕ ਸੁਰ ਹੋਣਾ ਪਏਗਾ। ਜੇਕਰ ਉਸ ਨੂੰ ਪੜ੍ਹਨਾ ਹੈ ਤਾਂ ਉਸ ਵਿੱਚ ਖੁੱਭ ਕੇ ਪੜ੍ਹਨਾ ਪਏਗਾ। ਜਿੰਨੀ ਦੇਰ ਤੱਕ ਪਾਠਕ, ਸਰੋਤਾ, ਦਰਸ਼ਕ ਉਸ ਰਚਨਾ ਦੇ ਵਿੱਚ ਆਪ ਨਹੀਂ ਖੁੱਭਦਾ, ਆਪ ਸ਼ਾਮਲ ਨਹੀਂ ਹੁੰਦਾ, ਉਸ ਵਿੱਚ ਧਿਆਨ ਦੇ ਕੇ ਉਸ ਦੇ ਸੀਨ ਦੇਖਦਾ ਨਹੀਂ ਹੈ, ਉਹਨੂੰ ਮਹਿਸੂਸ ਨਹੀਂ ਕਰਦਾ, ਉਨੀ ਦੇਰ ਤੱਕ ਉਸ ਫਿਲਮ ਦੇ ਵਿੱਚੋਂ, ਉਸ ਨਾਟਕ ਦੇ ਵਿੱਚੋਂ, ਉਸ ਕਵਿਤਾ ਦੇ ਵਿੱਚੋਂ, ਉਸ ਗੀਤ ਦੇ ਵਿੱਚੋਂ, ਉਸ ਸਾਹਿਤ ਰੂਪ ਦੇ ਵਿੱਚੋਂ ਜਾਂ ਉਸ ਸਾਹਿਤਕ ਕਿਰਤ ਦੇ ਵਿੱਚੋਂ ਰਸ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਅਗਲੀ ਚਰਚਾ ਵਿਭਾਵ 'ਤੇ ਕਰਦੇ ਹਾਂ। ਰਸ ਦਾ ਇਹ ਵੀ ਜ਼ਰੂਰੀ ਤੱਤ ਹੈ। ਸੋ ਰਚਨਾ ਵਿਚਲੇ ਉਹ ਸਾਰੇ ਵੇਰਵੇ, ਘਟਨਾਵਾਂ ਜਾਂ ਸਮੱਗਰੀ ਜਿਹੜੀ ਆਪਣੇ ਪ੍ਰਭਾਵ ਰਾਹੀਂ ਪਾਠਕ, ਸਰੋਤੇ ਜਾਂ ਦਰਸ਼ਕ ਦੇ ਮਨ ਅੰਦਰ ਸੁੱਤੇ ਕਿਸੇ ਸਥਾਈ ਭਾਵ ਨੂੰ ਜਗਾਉਣ ਦਾ ਕਾਰਨ ਬਣਦੀ ਹੈ, ਉਸ ਨੂੰ ਅਸੀਂ ਵਿਭਾਵ ਕਹਿੰਦੇ ਹਾਂ। ਭਾਵ ਇਹ
ਕਿ ਰਚਨਾ ਦੇ ਵਿੱਚ ਉਹ ਸਾਰੇ ਵੇਰਵੇ ਘਟਨਾਵਾਂ ਜਿਹੜੀਆਂ ਪਾਠਕ ਦੇ ਅੰਦਰਲੇ ਸੁੱਤੇ ਭਾਵ ਨੂੰ ਜਗਾਉਣ ਦਾ ਕਾਰਨ ਬਣਦੀਆਂ ਹਨ ਉਹ ਵਿਭਾਵ ਹਨ। ਜਿਵੇਂ ਤੁਸੀਂ ਦੇਖਿਆ ਕਿ ਦਾਦੀ ਮੋਹ ਨਾਲ ਸੰਬੰਧਿਤ ਜਿਹੜਾ ਗੀਤ ਅਸੀਂ ਸੁਣਿਆ ਹੈ, ਦੇਖਿਆ ਹੈ, ਉਹਦੀਆਂ ਮੋਹ ਭਰਿਆ ਜਿਹੜਾ ਫਿਲਮਾਂਕਣ ਹੈ, ਮੋਹ ਭਰੇ ਵਰਤਾਰੇ ਹਨ, ਉਹ ਉਸ ਸੁੱਤੇ ਭਾਵ ਨੂੰ ਜਗਾਉਣ ਦਾ ਕਾਰਨ ਬਣਦੇ ਹਨ, ਵਿਭਾਵ ਹਨ। ਅਤੇ ਇਸ ਤਸਵੀਰ ਦੇ ਵਿੱਚ ਵੀ ਆ ਕ੍ਰੋਧਿਤ ਜੀ ਅਵਸਥਾ ਜਿਹੜੀ ਹੈ ਉਹ ਕ੍ਰੋਧ ਦੇ ਸੁੱਤੇ ਭਾਵ ਨੂੰ ਜਗਾਉਂਦੀ ਹੈ। ਸੋ ਇਹ ਜਿਹੜਾ ਇੱਦਾਂ ਦਾ ਕ੍ਰੋਧਿਤ ਦ੍ਰਿਸ਼ ਹੈ, ਇਹ ਕ੍ਰੋਧਿਤ ਦ੍ਰਿਸ਼ ਦਿਖਾਉਣ ਦਾ ਜਿਹੜਾ ਤਰੀਕਾ ਹੈ, ਢੰਗ ਹੈ, ਜਿਹੜਾ ਉਸ ਦੀਆਂ ਭਾਵਨਾਵਾਂ ਨੂੰ ਜਿਸ ਤਰੀਕੇ ਦੇ ਨਾਲ ਚਿਹਰੇ ਦੇ ਹਾਵਾ ਭਾਵਾਂ ਨੂੰ ਪ੍ਰਗਟਾਇਆ, ਇਹ ਵੀ ਰਚਨਾ ਦੇ ਵਿਭਾਵ ਹਨ। ਇਸੇ ਤਰ੍ਹਾਂ ਇਸ ਤਸਵੀਰ ਦੇ ਵਿੱਚ ਚਿਹਰੇ ਦੀ ਖੁਸ਼ੀ, ਖੇੜਾ, ਸ਼ਿੰਗਾਰ, ਇਹ ਵੀ ਰਚਨਾ ਦੇ ਵਿੱਚ ਸ਼ਿੰਗਾਰ ਰਸ ਉਤਪੰਨ ਕਰਨ ਦੇ ਕਾਰਨ ਬਣਦੇ ਨੇ, ਵਿਭਾਵ ਹਨ। ਸੋ ਇਸ ਵੀਡੀਓ ਦੇ ਵਿੱਚ ਵੀ ਜਦੋਂ ਤੁਸੀਂ ਦੇਖ ਰਹੇ ਹੋ ਕਿ ਬੜਾ ਸ਼ਿੰਗਾਰ ਕੀਤਾ ਜਾ ਰਿਹਾ ਹੈ, ਹੱਥਾਂ ਦਾ, ਪੈਰਾਂ ਦੇ ਵਿੱਚ ਖੂਬਸੂਰਤ ਜੁੱਤੀ ਪਾਈ ਜਾ ਰਹੀ ਹੈ, ਨੱਚਿਆ ਜਾ ਰਿਹਾ ਕਿਸੇ ਖੁਸ਼ੀ ਦੇ ਵਿੱਚ, ਔਰ ਇੱਕ ਦ੍ਰਿਸ਼ ਹੈ, ਵਿਆਹ ਦਾ ਦ੍ਰਿਸ਼ ਹੈ, ਲਾੜੀ ਦਾ ਦ੍ਰਿਸ਼ ਹੈ, ਉਹਦੇ ਨਾਲ ਨੱਚ ਕੇ ਖੁਸ਼ੀ ਨੂੰ ਮਨਾਉਣ ਦਾ ਜਿਹੜਾ ਸਾਰਾ ਮਾਹੌਲ ਹੈ ਉਹ ਇਸ ਤਰੀਕੇ ਨਾਲ ਉਹਦਾ ਫਿਲਮਾਂਕਣ ਕੀਤਾ ਗਿਆ ਹੈ ਕਿ ਉਹ ਇੱਕ ਪ੍ਰੇਮ ਦੇ ਸੁੱਤੇ ਭਾਵ ਨੂੰ ਸਾਡੇ ਜਗਾਉਣ ਦਾ ਕਾਰਨ ਬਣਦੇ ਨੇ, ਖੁਸ਼ੀ ਅਤੇ ਖੇੜੇ ਦਾ ਕਾਰਨ ਬਣਦੇ ਨੇ ਇਹ ਸਾਰੇ ਹੀ। ਸੋ ਇਸ ਕਰਕੇ ਇਹ ਰਚਨਾ ਦੇ ਵਿਭਾਵ ਹਨ। ਸੋ ਹੁਣ ਅਸੀਂ ਰਸ ਦਾ ਤੀਸਰਾ ਤੱਤ, ਜਿਸ ਨੂੰ ਅਸੀਂ ਹੁਣ ਤੁਹਾਡੇ ਨਾਲ ਗੱਲ ਕਰਦੇ ਹਾਂ ਸਥਾਈ ਭਾਵਾਂ ਸੰਬੰਧੀ। ਸਥਾਈ ਭਾਵ ਮਨੁੱਖ ਅੰਦਰਲੇ ਉਹ ਭਾਵ ਹੁੰਦੇ ਹਨ ਜਿਹੜੇ ਸਦਾ ਹਰ ਮਨੁੱਖ ਦੇ ਅੰਦਰ ਜਨਮ ਤੋਂ ਹੀ ਮੌਜੂਦ ਹੁੰਦੇ ਹਨ, ਔਰ ਇਹ ਆਮ ਤੌਰ 'ਤੇ ਇਹਨਾਂ ਦੀ ਜਿਹੜੀ ਸਾਹਿਤ ਰਸ ਨਾਲ ਸੰਬੰਧਿਤ ਸ਼ਨਾਖਤ ਕੀਤੀ ਗਈ ਹੈ ਉਹਨਾਂ ਦੀ ਗਿਣਤੀ 9 ਹੈ। ਪ੍ਰੇਮ, ਹਾਸਾ, ਕਰੋਧ, ਉਤਸ਼ਾਹ, ਘਿਰਣਾ, ਸ਼ੋਕ, ਭੈ, ਵਿਸਮੈ ਅਤੇ ਵੈਰਾਗ। ਔਰ ਇਹ ਜਿਹੜੇ 9 ਸਥਾਈ ਭਾਵ ਨੇ ਜਿਹੜੇ ਮਨੁੱਖ ਦੇ ਅੰਦਰ ਸਦਾ ਟਿਕੇ ਰਹਿੰਦੇ ਨੇ, ਸੁੱਤੇ ਹੋਏ ਹੁੰਦੇ ਨੇ। ਜਦੋਂ ਕੋਈ ਸੰਬੰਧਿਤ ਘਟਨਾ ਵਾਪਰਦੀ ਹੈ ਅਤੇ ਉਹ ਇਹਨਾਂ ਨੂੰ ਜਗਾਉਣ ਦਾ ਕਾਰਨ ਕਰਦੀ ਹੈ, ਕਾਰਨ ਬਣਦੀ ਹੈ। ਜਿਵੇਂ ਕਿ ਕਿਸੇ ਸਾਹਿਤਕ ਕਿਰਤ ਵਿਚਲੀਆਂ ਘਟਨਾਵਾਂ ਜੇ ਸੋਗਮਈ ਹਨ ਤਾਂ ਉਹ ਸ਼ੋਕ ਦੇ ਸਥਾਈ ਭਾਵ ਨੂੰ ਜਗਾਉਂਦੀਆਂ ਹਨ, ਜਿਸ ਵਿੱਚੋਂ ਕਰੁਣਾ ਰਸ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਜੇਕਰ ਉਹ ਭਿਆਨਕ ਹਨ, ਭਿਅੰਕਰ ਹਨ, ਭੈਭੀਤ ਕਰਨ ਵਾਲੀਆਂ ਹਨ, ਤਾਂ ਭੈ ਦੇ ਸਥਾਈ ਭਾਵ ਨੂੰ ਜਾਗਰਿਤ ਕਰਕੇ ਅਤੇ ਇੱਕ ਪਾਠਕ, ਸਰੋਤੇ ਜਾਂ ਦਰਸ਼ਕ ਨੂੰ ਉਹ ਭਿਆਨਕ ਰਸ ਦੀ ਪ੍ਰਤੀਤੀ ਕਰਵਾਉਂਦੀਆਂ ਹਨ। ਇਸ ਤਰ੍ਹਾਂ ਹਰੇਕ ਸਥਾਈ ਭਾਵ ਇੱਕ ਸੰਬੰਧਿਤ ਰਸ ਨਾਲ ਜੁੜਿਆ ਹੈ, ਜਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਸਾਹਿਤਕ ਕਿਰਤ ਵਿਚਲਾ ਰਸ ਇੱਕ ਮਨੁੱਖ ਅੰਦਰਲੇ ਸਥਾਈ ਭਾਵ ਨਾਲ ਜੁੜਿਆ ਹੋਇਆ ਹੈ। ਇੱਕ ਰਸ ਦਾ ਇੱਕ ਸਥਾਈ ਭਾਵ ਹੁੰਦਾ ਹੈ ਅਤੇ ਇੱਕ ਸਥਾਈ ਭਾਵ ਇੱਕ ਹੀ ਰਸ ਨੂੰ ਉਤਪੰਨ ਕਰਦਾ ਹੈ। ਰਸ ਨਾਲ ਸੰਬੰਧਿਤ ਅਸੀਂ ਵਿਭਾਵ, ਸਥਾਈ ਭਾਵ ਦੀ ਗੱਲ ਕਰ ਚੁੱਕੇ ਹਾਂ। ਅਨੁਭਾਵ ਵੀ ਰਸ ਨਾਲ ਜ਼ਰੂਰੀ ਇੱਕ ਤੱਤ ਹੈ ਰਸ ਦਾ। ਅਨੁਭਾਵ ਉਹ ਮਾਨਸਿਕ ਅਤੇ ਸਰੀਰਕ ਤਬਦੀਲੀਆਂ ਹੁੰਦੀਆਂ ਹਨ ਜਿਹੜੀਆਂ ਮਨੁੱਖ ਦੇ ਅੰਦਰ, ਪਾਠਕ ਦੇ ਅੰਦਰ, ਸਰੋਤੇ ਦੇ ਅੰਦਰ, ਦਰਸ਼ਕ ਦੇ ਅੰਦਰ ਕਿਸੇ ਰਚਨਾ ਨੂੰ ਪੜ੍ਹ, ਸੁਣ ਜਾਂ ਦੇਖ ਕੇ ਉਸ ਰਚਨਾ ਤੋਂ ਪ੍ਰਭਾਵਿਤ ਹੋ ਕੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਨਾਲ ਸੰਬੰਧਿਤ ਹੁੰਦੀਆਂ ਹਨ। ਉਦਾਸੀਨ ਅਤੇ ਚਿੰਤਾਜਨਕ ਹਾਵਾਂ ਭਾਵਾਂ ਦੇ ਨਾਲ ਸੰਬੰਧਿਤ ਅਨੁਭਾਵਾਂ ਦੇ ਰੂਪ 'ਚ ਪ੍ਰਗਟ ਕਰਦਾ ਇਹ ਗੀਤ। ਆਓ ਸੁਣੀਏ ਕਰੁਣਾ ਰਸ ਦੇ ਨਾਲ ਭਰਪੂਰ ਰੋਟੀ। ਦੋ ਭੈਣਾਂ ਦਾ ਵੀਰ ਮੈਂ ਤੇ ਮਾਂ ਦੀ ਅੱਖ ਦਾ ਤਾਰਾ ਸੀ। ਜਦ ਮੈਂ ਪਰਦੇਸੀ ਹੋਇਆ ਸੀ ਤੇ ਰੋਇਆ ਟੱਬਰ ਸਾਰਾ ਸੀ। ਜਦ ਉਹਦੇ ਪਿੰਡ ਤੋਂ ਮੁੜਿਆ ਸੀ ਤਾਂ ਖੜੀ ਸੀ ਉਹ ਵੀ ਮੋੜ ਤੇ। ਮੈਥੋਂ ਮਿਲਣੇ ਦੀ ਹਿੰਮਤ ਨਾ ਹੋਈ, ਮੈਂ ਦੂਰੋਂ ਹੀ ਹੱਥ ਜੋੜ ਤੇ। ਪਰ ਅੱਜ ਵੀ ਚੇਤਾ ਭੁੱਲਦਾ ਨਹੀਂ
ਅੱਖਾਂ ਭਰ ਕੇ ਖੜੀ ਖਲੋਤੀ ਦਾ ਜੇ ਢਿੱਡ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਜੇ ਢਿੱਡ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਇਹ ਮਸਲਾ ਸਾਰਾ ਰੋਟੀ ਦਾ ਰਸ ਦੀਆਂ ਕਿਸਮਾਂ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਸ਼ਿੰਗਾਰ ਰਸ। ਇਸ ਦਾ ਸਥਾਈ ਭਾਵ ਹੈ ਪ੍ਰੇਮ। ਅਗਲਾ ਸਾਹਿਤ ਰਸ ਹਾਸ ਰਸ ਹੈ। ਇਸ ਦਾ ਸਥਾਈ ਭਾਵ ਹੈ ਹਾਸਾ। ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿੱਚ, ਪੰਜਾਬੀ ਸਮਾਜ ਦੇ ਵਿੱਚ ਚੁਟਕਲਿਆਂ ਦਾ ਸਿੱਧਾ ਸੰਬੰਧ ਹਾਸ ਰਸ ਦੇ ਨਾਲ। ਇਸੇ ਤਰ੍ਹਾਂ ਹੀ ਭੰਡ ਜਿਹੜੇ ਕਿ ਵਿਆਹ ਸ਼ਾਦੀਆਂ ਦੇ ਵਿੱਚ ਆਉਂਦੇ ਨੇ, ਜਿਹੜੇ ਉਹ ਟੋਟ ਕੇ ਪੇਸ਼ ਕਰਦੇ ਆ ਨਾਟਕੀ ਢੰਗ ਦੇ ਨਾਲ, ਉਹਦਾ ਵੀ ਸਿੱਧਾ ਸੰਬੰਧ ਹਾਸ ਰਸ ਨਾਲ ਹੈ। ਬੀਰ ਰਸ, ਇਸ ਦਾ ਸਥਾਈ ਭਾਵ ਉਤਸ਼ਾਹ ਹੈ। ਪੰਜਾਬੀ ਸਾਹਿਤ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀਵਾਰ ਇਸ ਦੀ ਇੱਕ ਅਦੁੱਤੀ ਮਿਸਾਲ ਹੈ ਬੀਰ ਰਸ ਦੀ। ਸੋ ਅਗਲਾ ਰਸ ਕਰੁਣਾ ਰਸ। ਇਸ ਦਾ ਸਥਾਈ ਭਾਵ ਸ਼ੋਕ ਹੈ, ਉਦਾਸੀ, ਚਿੰਤਾ, ਦੁੱਖ। ਕਰੁਣਾ ਰਸ, ਰਸਾਂ ਦੀਆਂ ਕਿਸਮਾਂ ਨੂੰ ਸਮਝਣ ਦੇ ਨਾਲ ਨਾਲ ਆਓ ਇੱਕ ਐਨੀਮੇਸ਼ਨ ਦੇਖੀਏ ਜਿਹੜੀ ਕਿ ਭਿਆਨਕ ਰਸ ਨਾਲ ਸੰਬੰਧਿਤ ਹੈ, ਭੈ ਦੇ ਸਥਾਈ ਭਾਵ ਨੂੰ ਉਜਾਗਰ ਕਰਦੀ ਹੈ ਔਰ ਉਸ ਦਾ ਜਿਹੜਾ ਵਾਤਾਵਰਨ ਹੈ ਬੜਾ ਡਰਾਉਣਾ। ਆਓ ਇੱਕ ਮਿਸਾਲ ਦੇ ਰੂਪ ਦੇ ਵਿੱਚ ਅਸੀਂ ਇਸ ਐਨੀਮੇਸ਼ਨ ਨੂੰ ਧਿਆਨ ਦੇ ਨਾਲ ਦੇਖੀਏ। ਇਸ ਵਿੱਚ ਕੀ ਹੈ ਕਿ ਗਾਵਾਂ ਹਨ, ਗਵਾਲਾ ਹੈ, ਚੰਗੀ ਚੋਖੀ ਦੇਖ ਸੰਭਾਲ ਕੀਤੀ ਜਾ ਰਹੀ ਹੈ, ਬੜੇ ਪਿਆਰ ਦੇ ਨਾਲ ਗਾਵਾਂ ਦਾ ਜਿਹੜਾ ਮੋਹ ਹੈ ਉਹ ਗਵਾਲੇ ਰਾਹੀਂ ਪਾਲਿਆ ਜਾ ਰਿਹਾ। ਗਾਵਾਂ ਵੀ ਇਸ ਤੋਂ ਖੁਸ਼ ਹਨ ਔਰ ਇਸੇ ਖੁਸ਼ੀ ਦੇ ਸਮੇਂ ਦੇ ਵਿੱਚ ਹੀ ਅਚਾਨਕ ਉਹ ਦੇਖਦੀਆਂ ਕੀ ਹਨ ਕਿ ਦੂਰੋਂ ਇੱਕ ਚੀਤਾ ਬਹੁਤ ਡਰਾਉਣੇ ਜਿਹੇ ਰੂਪ ਦੇ ਵਿੱਚ ਉਹਨਾਂ ਵੱਲ ਆ ਰਿਹਾ ਹੈ। ਇਹ ਸਪਸ਼ਟ ਹੈ ਕਿ ਜਿੱਥੇ ਚੀਤਾ ਆਏਗਾ ਉਹ ਗਾਵਾਂ ਨੂੰ ਆਪਣਾ ਸ਼ਿਕਾਰ ਬਣਾਏਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਵੱਡਾ ਸੰਕਟ ਪੈਦਾ ਹੋ ਜੇ, ਜਾਨ ਦਾ ਖਤਰਾ ਪੈਦਾ ਹੋ ਜੇ, ਤੇ ਉਸ ਤੋਂ ਵੱਡਾ ਡਰ ਕੋਈ ਨਹੀਂ ਹੁੰਦਾ। ਤੁਸੀਂ ਦੇਖੋ ਕਿਵੇਂ ਚੀਤਾ ਉਹਨਾਂ ਵੱਲ ਵਧ ਰਿਹਾ, ਕਿਉਂਕਿ ਇਸ ਲਈ ਇਹ ਵੱਡਾ ਸ਼ਿਕਾਰ ਹੈ। ਔਰ ਗਾਂ ਦੀ ਹੈਰਾਨੀ, ਦੁੱਖ, ਦਰਦ, ਖਾਸ ਕਰਕੇ ਡਰ ਜਿਹੜਾ ਹੈ, ਉਸ ਡਰ ਕਰਕੇ ਸਾਰੀਆਂ ਹੀ ਗਾਵਾਂ ਭੱਜਦੀਆਂ ਪਈਆਂ। ਸੋ ਰਚਨਾ ਦੇ ਵਿੱਚ ਇਹ ਇੱਕ ਬੜਾ ਭਿਆਨਕ ਜਿਹਾ ਦ੍ਰਿਸ਼ ਹੈ ਜਿੱਥੇ ਜਾਨ ਦੀ ਬਣੀ ਹੈ ਔਰ ਗਾਂ ਨੂੰ ਸਿਰਫ ਆਪਣੀ ਹੀ ਚਿੰਤਾ ਨਹੀਂ ਹੈ, ਉਸ ਨੂੰ ਆਪਣੇ ਬੱਚੇ ਦੀ ਵੀ ਚਿੰਤਾ ਖਾ ਰਹੀ ਹੈ ਕਿ ਇਹ ਜਿਹੜਾ ਚੀਤਾ ਹੈ ਇਹ ਉਹਨਾਂ ਨੂੰ ਵੀ ਖਾਵੇਗਾ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਮਾਰ ਮੁਕਾਵੇਗਾ। ਮੌਤ ਦਾ ਡਰ ਮਨ 'ਤੇ ਹੈ। ਇਸ ਐਨੀਮੇਸ਼ਨ ਦੇ ਵਿੱਚ ਇਹ ਇੱਕ ਡਰਾਉਣਾ ਵਾਤਾਵਰਨ ਸਿਰਜਦੀ ਹੈ। ਅੱਗੇ ਅਵਸਥਾ ਕੀ ਪੈਦਾ ਹੁੰਦੀ ਹੈ, ਸਥਿਤੀ ਕੀ ਹੈ ਕਿ ਗਾਂ ਦੇ ਲਈ ਰਸਤਾ ਬਲੌਕ ਹੈ, ਅੱਗੇ ਜਾਣ ਦੇ ਲਈ ਰਸਤਾ ਕੋਈ ਨਹੀਂ, ਮੌਤ ਸਾਹਮਣੇ ਖੜੀ ਹੈ, ਚੀਤਾ ਅੱਗੇ ਵਧ ਰਿਹਾ ਹੈ ਔਰ ਕੁਝ ਸਮੇਂ ਦੇ ਵਿੱਚ ਚੀਤਾ ਉਸ ਗਾਂ ਨੂੰ ਆਪਣਾ ਸ਼ਿਕਾਰ ਬਣਾਵੇਗਾ। ਗਾਂ ਨੂੰ ਆਪਣੇ ਬੱਚੇ ਦੀ ਵੀ ਚਿੰਤਾ ਹੈ ਜਿਹੜਾ ਕਿ ਲਾਡ ਪਿਆਰ ਦੇ ਨਾਲ ਉਸਨੇ ਪਾਲਿਆ ਹੈ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਸ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇਹ ਰਚਨਾ ਸਾਡੇ ਭੈ ਦੀ ਸਥਾਈ ਭਾਵ ਨੂੰ ਜਗਾਉਂਦੀ ਹੈ ਅਤੇ ਭਿਆਨਕ ਰਸ ਨੂੰ ਉਤਪੰਨ ਕਰਦੀ ਹੈ। ਇੱਕ ਮਿਸਾਲ ਵਜੋਂ ਇਹ ਰਚਨਾ, ਇਹ ਐਨੀਮੇਸ਼ਨ ਤੁਹਾਡੇ ਸਾਹਮਣੇ, ਤੁਹਾਡੇ ਸਨਮੁਖ ਕੀਤੀ ਗਈ ਹੈ। ਰੌਦਰ ਰਸ ਦਾ ਸਥਾਈ ਭਾਵ ਕ੍ਰੋਧ, ਜਿਸ ਵਿੱਚ ਗੁੱਸਾ ਹੁੰਦਾ ਹੈ। ਬੀਭਤਸ ਰਸ, ਇਸ ਦਾ ਸਥਾਈ ਭਾਵ ਘਿਰਣਾ ਹੈ। ਭਿਆਨਕ ਰਸ ਦੀ ਅੱਗੇ ਹੀ ਗੱਲ ਕਰ ਲਈ ਹੈ। ਇਸ ਦਾ ਸੰਬੰਧ ਸਥਾਈ ਭਾਵ ਭੈ ਨਾਲ ਹੈ, ਜਿਹੜਾ ਕਿ ਬੜਾ ਡਰਾਉਣਾ ਜਿਹਾ ਮਾਹੌਲ ਸਿਰਜਣ ਵਾਲਾ ਹੈ। ਇਹ ਰਚਨਾ ਭਿਅੰਕਰ ਵਰਤਾਰਿਆਂ ਦੇ ਨਾਲ ਸੰਬੰਧਿਤ ਹੁੰਦੀ ਹੈ। ਅਦਭੁਤ ਰਸ, ਇਸ ਦਾ ਸਥਾਈ ਭਾਵ ਵਿਸਮਾ ਹੈ,
ਜਦੋਂ ਆਲਾ ਦੁਆਲਾ ਦੇਖ ਕੇ ਸਾਡੇ ਮਨ ਦੇ ਵਿੱਚ ਹੈਰਾਨੀ ਦੇ ਭਾਵ ਪੈਦਾ ਹੁੰਦੇ ਨੇ, ਕਿਸੇ ਰਚਨਾ ਦੇ ਵਿੱਚ ਹੈਰਾਨੀਜਨਕ ਘਟਨਾਵਾਂ ਹੁੰਦੀਆਂ ਹਨ, ਤਾਂ ਉਹ ਅਦਭੁਤ ਰਸ ਨੂੰ ਉਤਪੰਨ ਕਰਦੀਆਂ ਹਨ। ਇਸੇ ਤਰ੍ਹਾਂ ਹੀ ਸਾਹਿਤ ਦਾ ਅਗਲਾ ਸ਼ਾਂਤ ਰਸ ਹੈ, ਜਿਸ ਦਾ ਸਥਾਈ ਭਾਵ ਵੈਰਾਗ ਹੈ। ਵੈਰਾਗ ਉਹ ਰੂਹਾਨੀ ਆਨੰਦ ਦੀ ਅਵਸਥਾ ਹੁੰਦੀ ਹੈ ਜਿਸ ਵਿੱਚ ਇੱਕ ਵੱਖਰੀ ਕਿਸਮ ਦਾ ਟਿਕਾਓ ਹੁੰਦਾ ਹੈ ਔਰ ਇੱਕ ਵਿਸਮਾਦ, ਇੱਕ ਸ਼ਾਂਤੀ ਦੀ ਇਹ ਅਵਸਥਾ ਹੁੰਦੀ ਹੈ ਜਿਵੇਂ ਕਿ ਰੂਹਾਨੀ ਸ਼ਬਦ ਕੀਰਤਨ ਦੇ ਵਿੱਚੋਂ ਅਸੀਂ ਸੁਣਦੇ ਹਾਂ ਅਤੇ ਇਸ ਰਸ ਨੂੰ ਅਸੀਂ ਮਾਣਦੇ ਹਾਂ। ਆਓ ਕੁਝ ਅਭਿਆਸੀ ਪ੍ਰਸ਼ਨ ਵੀ ਕਰੀਏ। ਅਭਿਆਸ ਵਜੋਂ ਪਹਿਲਾ ਪ੍ਰਸ਼ਨ, ਰਸ ਦਾ ਸ਼ਾਬਦਿਕ ਅਰਥ ਕੀ ਹੈ? ਜਵਾਬ ਤੁਸੀਂ ਦੇਣਾ ਔਰ ਤੁਸੀਂ ਇਸ ਵਿੱਚ ਸਮਝਿਆ ਵੀ ਹੈ ਇਸ ਜਵਾਬ ਨੂੰ। ਦੂਸਰਾ ਪ੍ਰਸ਼ਨ ਹੈ, ਹੇਠ ਲਿਖੇ ਵਾਕ ਦੀ ਖਾਲੀ ਥਾਂ ਭਰੋ। ਉਤਸ਼ਾਹ ਦੇ ਸਥਾਈ ਭਾਵ ਨਾਲ ਸੰਬੰਧਿਤ ਰਸ ਨੂੰ ਖਾਲੀ ਥਾਂ ਰਸ ਕਿਹਾ ਜਾਂਦਾ ਹੈ ਔਰ ਇਹ ਖਾਲੀ ਥਾਂ ਤੁਸੀਂ ਹੇਠ ਲਿਖਿਆਂ ਵਿੱਚੋਂ ਭਰਨੀ ਹੈ। ਹਾਸ ਰਸ ਹੈ ਜਾਂ ਸ਼ਿੰਗਾਰ ਰਸ ਹੈ ਜਾਂ ਵੀਰ ਰਸ ਹੈ ਜਾਂ ਰੌਂਦਰ ਰਸ ਹੈ, ਉਹ ਤੁਸੀਂ ਭਰਨਾ ਜਿਹੜਾ ਸਹੀ ਹੈ। ਇਸੇ ਤਰ੍ਹਾਂ ਹੀ ਸਾਡਾ ਤੀਸਰਾ ਪ੍ਰਸ਼ਨ ਹੈ, ਹੇਠ ਲਿਖਿਆਂ ਦਾ ਸਹੀ ਮਿਲਾਨ ਕਰੋ। ਇੱਕ ਪਾਸੇ ਰਸ ਦਿੱਤੇ ਹੋਣੇ ਆ, ਦੂਸਰੇ ਪਾਸੇ ਸਥਾਈ ਭਾਵ ਹੈ। ਜਿਸ ਰਸ ਦਾ ਜਿਹੜਾ ਸਥਾਈ ਭਾਵ ਹੈ ਉਹਦਾ ਸਹੀ ਮਿਲਾਨ ਤੁਸੀਂ ਕਰਨਾ। ਜਿਵੇਂ ਸ਼ਿੰਗਾਰ ਰਸ ਦੇ ਸਾਹਮਣੇ ਅਸੀਂ ਉਤਸ਼ਾਹ ਲਿਖਿਆ, ਹਾਸ ਰਸ ਦੇ ਸਾਹਮਣੇ ਅਸੀਂ ਸ਼ੋਕ ਲਿਖਿਆ। ਇਸੇ ਤਰ੍ਹਾਂ ਹੀ ਵੀਰ ਰਸ ਦੇ ਅੱਗੇ ਪ੍ਰੇਮ ਲਿਖਿਆ ਅਤੇ ਕਰੁਣਾ ਰਸ ਦੇ ਅੱਗੇ ਹਾਸਾ ਲਿਖਿਆ। ਤੁਸੀਂ ਇਸ ਦਾ ਸਹੀ ਮਿਲਾਨ ਕਰਨਾ। ਮੈਂ ਆਸ ਕਰਦਾ ਕਿ ਜਿਹੜਾ ਲੈਕਚਰ ਅਸੀਂ ਤੁਹਾਡੇ ਨਾਲ ਅੱਜ ਇਹ ਸਾਂਝਾ ਕੀਤਾ ਇਹ ਤੁਸੀਂ ਅਭਿਆਸੀ ਪ੍ਰਸ਼ਨ ਆਪ ਕਰੋਗੇ। ਹੁਣ ਅਗਲੇ ਲੈਕਚਰਸ ਦੇ ਵਿੱਚ ਅਸੀਂ ਤੁਹਾਡੇ ਨਾਲ ਹਰੇਕ ਇਕੱਲੇ ਰਸ ਦੀ ਵਿਸਥਾਰਤ ਚਰਚਾ ਕਰਾਂਗੇ। ਤਦ ਤੱਕ ਲਈ ਤੁਸੀਂ ਇੰਤਜ਼ਾਰ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਆਪਣਾ ਡਾਕਟਰ ਪਰਮਜੀਤ ਸਿੰਘ ਕਲਸੀ, ਲੈਕਚਰਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਲੀਵਾਲ, ਜ਼ਿਲ੍ਹਾ ਗੁਰਦਾਸਪੁਰ, ਸਿੱਖਿਆ ਵਿਭਾਗ, ਪੰਜਾਬ।